ਇਹ ਸਾਰੇ ਤੁਹਾਡੇ ਪੋਲੀਟੀਸ਼ੀਅਨਸ ਜਿੰਨੇ ਵੀ ਆ ਇਹ ਤੁਹਾਨੂੰ ਲੁੱਟ ਕੇ ਖਾ ਗਏ ਹੁਣ ਤੱਕ। ਸਾਰੀ ਨੈਸ਼ਨਲ ਮੀਡੀਆ ਤੇ ਬਦਨਾਮ ਕਰਨ ਤੇ ਲੱਗੀ ਹੋਈ ਹੈ। ਹਰ ਕੋਈ ਚਾਹੁੰਦਾ ਹੈ ਵੀ ਦੂਜੇ ਦੇ ਘਰ ਭਗਤ ਸਿੰਘ ਜੰਮੇ, ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਇਨਸਾਨ ਨੂੰ ਖੁਦ ਨੂੰ ਵੀ ਇੱਕ ਰਿਸਪੌਂਸਿਬਿਲਿਟੀ ਸਮਝਣੀ ਚਾਹੀਦੀ ਹੈ। ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਕਿ ਸਾਡੇ ਕਿੰਨੇ ਬਜ਼ੁਰਗ ਬੈਠੇ ਨੇ ਉਸ ਮੋਰਚੇ ਦੇ ਉੱਤੇ, ਕਿੰਨੇ ਸਾਡੇ ਭਰਾਵਾਂ ਦੇ ਉੱਤੇ ਪਰਚੇ ਹੋ ਗਏ ਨੇ। ਹਜੇ ਵੀ ਆਪਾਂ ਨੂੰ ਸਾਡੇ ਵਿੱਚ ਗੈਰਤ ਨਹੀਂ ਨਾ ਹੈਗੀ ਤੇ ਫਿਰ ਕਦੀ ਹੋ ਹੀ ਨਹੀਂ ਸਕਦੀ। ਦੂਜੀਆਂ ਪਾਰਟੀਆਂ ਤੋਂ ਸਰੋਪੇ ਪਾ ਕੇ ਪ੍ਰਧਾਨੀਆਂ ਕਾਹਦੀਆਂ ਪ੍ਰਧਾਨੀਆਂ ਲੈ ਲੋਗੇ ਤੁਸੀਂ। ਇਨਸਾਨ ਦੇ ਅੰਦਰੋਂ ਜ਼ਮੀਰ ਨਹੀਂ ਮਰਨੇ ਚਾਹੀਦੇ। ਇਹਨਾਂ ਸਾਰੀਆਂ ਫੇਕ ਗੱਲਾਂ ਤੋਂ ਅੱਗੇ ਸਾਡਾ ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਆ। ਇਹ ਸਾਰੀਆਂ ਗੱਲਾਂ ਪਿੱਛੇ ਕਿਸੇ ਵੀ ਮੰਤਰੀ ਜਾਂ ਕਿਸੇ ਪਦ ਦੇ ਬੰਦੇ ਦੀਆਂ ਚਮਚਾਗਿਰੀਆਂ ਕਿਸੇ ਕੰਮ ਨਹੀਂ ਆਉਣੀਆਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੇਰਾ ਲਾਈਵ ਆਉਣ ਦੇ ਪਿੱਛੇ ਇੱਕ ਬਹੁਤ ਹੀ ਵਧੀਆ ਰੀਜ਼ਨ ਆ। ਉਹ ਇਹ ਆ ਵੀ ਅੱਜ ਮੈਂ ਆਈ ਆ ਚੱਕ ਸੈਦੋਕੇ ਮੁਕਤਸਰ ਦੇ ਲਾਗੇ। ਮੁਕਤਸਰ ਤੋਂ ਜਲਾਲਾਬਾਦ ਦੇ ਰਾਹ ਦੇ ਵਿੱਚ ਪਿੰਡ ਆਉਂਦਾ ਆ ਚੱਕ ਸੈਦੋਕੇ, ਜਿੱਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੈਲੀ ਰੱਖੀ ਗਈ ਹੈ ਕਿਸਾਨੀ ਬਿੱਲਾਂ ਬਾਰੇ ਗੱਲ ਕਰਨ ਵਾਸਤੇ, ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ। ਇਹ ਚੱਕ ਸੈਦੋਕੇ ਦੇ ਪਿੰਡ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਾਰੇ ਜਾਣੇ ਅੱਜ ਦੀ ਰੈਲੀ ਦੇ ਵਿੱਚ ਜ਼ਰੂਰ ਆਇਓ। ਇਹ ਚੱਕ ਸੈਦੋਕੇ ਪਿੰਡ ਦੇ ਅੰਦਰ ਹੈ ਰੈਲੀ, ਔਰ ਮੁਕਤਸਰ ਲਾਗੇ ਇਹ ਪਿੰਡ ਪੈਂਦਾ ਹੈ। ਔਰ ਮੁਕਤਸਰ ਜਿਹੜਾ ਵੀ ਚੱਕ ਸੈਦੋਕੇ ਦੇ ਲਾਗੇ ਚਾਗੇ ਪਿੰਡ ਹੈ ਉਹਨਾਂ ਨੂੰ ਵੀ ਇੱਥੇ ਆਉਣਾ ਚਾਹੀਦਾ ਹੈ। ਮੁਕਤਸਰ ਦੇ ਲਾਗੇ ਚਾਗੇ ਕਿਹੜੇ ਪਿੰਡ ਪੈਂਦੇ ਆ? ਕਾਲੇ ਵਾਲਾ ਹੋ ਗਿਆ, ਹਾਂ ਦੱਦੂ ਵਾਲਾ, ਟਾਂਗਾ, ਝੁੱਗੀਆਂ ਨਾਨ ਸਿੰਘ ਵਾਲੀਆਂ, ਸੁਆਹ ਵਾਲਾ, ਮਤਲਬ ਜਿੰਨੇ ਵੀ ਇੱਥੇ ਜਲਾਲਾਬਾਦ ਦੇ ਵਿੱਚ ਲਾਗੇ ਚਾਗੇ ਪਿੰਡ ਜਿੰਨੇ ਵੀ ਪੈਂਦੇ ਨੇ। ਵੇਖੋ ਮੈਂ ਤੁਹਾਡੇ ਸਾਰਿਆਂ ਕਰਕੇ ਸਵੇਰੇ 5 ਵਜੇ ਉੱਠ ਕੇ ਚੰਡੀਗੜ੍ਹ ਤੋਂ ਇੱਥੇ ਆ ਕੇ, ਬਿਕਾਜ਼ ਅਸੀਂ ਮੋਰਚੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਆ। ਅਸੀਂ ਚਾਹੁੰਦੇ ਆ ਕਿ ਤੁਹਾਡੇ ਵਾਲੇ ਏਰੀਆ ਦੇ ਉੱਤੋਂ ਨਾ ਇੱਥੋਂ ਬਹੁਤ ਘੱਟ ਲੋਕੀ ਜਾ ਰਹੇ ਆ ਦਿੱਲੀ। ਸੋ ਅਸੀਂ ਸਪੈਸ਼ਲੀ ਇਸ ਕਰਕੇ ਇਹ ਕਾਨਫਰੰਸ ਰੱਖੀ ਹੈ ਤਾਂ ਕਿ ਤੁਸੀਂ ਸਾਰੇ ਜਾਣੇ ਪਿੰਡਾਂ ਦੇ ਵਿੱਚੋਂ ਨਿਕਲੋ ਤੇ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਬਾਹਰ ਉੱਥੇ ਦਿੱਲੀ ਜਾਓ। ਤੁਹਾਨੂੰ ਜਾਣਾ ਚਾਹੀਦਾ ਹੈ ਇਸ ਟਾਈਮ ਦੇ ਉੱਤੇ, ਬਿਕਾਜ਼ ਰਾਈਟ ਨਾਓ ਆਲ ਓਵਰ ਵਰਲਡ ਸਾਰਿਆਂ ਦੀ ਨਜ਼ਰ ਇਸ ਟਾਈਮ ਦੇ ਉੱਤੇ ਸਾਡੇ ਮੋਰਚੇ ਦੇ ਉੱਤੇ ਹੈ। ਔਰ ਸਾਰੀ ਨੈਸ਼ਨਲ ਮੀਡੀਆ ਤੇ ਬਦਨਾਮ ਕਰਨ ਤੇ ਲੱਗੀ ਹੋਈ ਹੈ, ਬਟ ਜਿਹੜੀ ਕਿਹਨੂੰ ਕਹਿੰਦੇ ਆ ਬਾਹਰ ਦੀ ਜਿਹੜੀ ਇੰਟਰਨੈਸ਼ਨਲ ਮੀਡੀਆ ਆ ਉਹ ਸਾਨੂੰ ਸਪੋਰਟ ਵੀ ਕਰ ਰਹੀ ਹੈ। ਸੋ ਸਾਨੂੰ ਪੋਜ਼ਿਟਿਵ ਐਸਪੈਕਟਸ ਵੀ ਦੇਖਣੇ ਚਾਹੀਦੇ ਆ। ਸੋ ਆਪਾਂ ਨੂੰ ਆਪਣੇ ਮੋਰਚੇ ਨੂੰ ਮਜ਼ਬੂਤ ਕਰਨਾ ਚਾਹੀਦਾ। ਹਰ ਇੱਕ ਇਨਸਾਨ ਨੂੰ ਕਹਿੰਦੇ ਵੀ ਹਰ ਕੋਈ ਚਾਹੁੰਦਾ ਹੈ ਵੀ ਦੂਜੇ ਦੇ ਘਰ ਭਗਤ ਸਿੰਘ ਜੰਮੇ, ਬਟ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਕਿ ਹਰ ਇੱਕ ਇਨਸਾਨ ਨੂੰ ਖੁਦ ਨੂੰ ਵੀ ਇੱਕ ਰਿਸਪੌਂਸਿਬਿਲਿਟੀ ਸਮਝਣੀ ਚਾਹੀਦੀ ਹੈ ਆਪਣੇ ਪਿੰਡ ਦੇ ਵਿੱਚੋਂ। ਔਰ ਮੇਨਲੀ ਮੈਨੂੰ ਇਹ ਗੱਲਾਂ ਕਹਿਣੀਆਂ ਮਤਲਬ ਮੈਂ ਕਹਿਣਾ ਚਾਹੁੰਦੀ ਹਾਂ ਵੀ ਬੇਸਿਕਲੀ ਹੁਣ ਜਿਹੜੀਆਂ 22 ਦੀਆਂ ਇਲੈਕਸ਼ਨਸ ਆ ਰਹੀਆਂ ਨੇ ਉਹਦੇ ਵੱਲ ਵੀ ਦੇਖ ਕੇ ਲੋਕੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੋਲੀਟੀਸ਼ੀਅਨਸ ਪ੍ਰਚਾਰ ਕਰਨ ਵਾਸਤੇ ਜਾ ਰਹੇ ਨੇ। ਔਰ 100% ਉਹਨਾਂ ਨੂੰ ਇੰਨਾ ਕੁ ਜ਼ਿਆਦਾ ਕੌਨਫੀਡੈਂਸ ਹੈ ਕਿ ਅਸੀਂ ਐਤਕੀ 22 ਦੀਆਂ ਇਲੈਕਸ਼ਨ 'ਚ ਜਿੱਤਾਂਗੇ, ਕਿਸਾਨੀ ਮੋਰਚਾ ਜਿੱਤਣ ਨਾ ਜਿੱਤਣ ਕੋਈ ਫਰਕ ਨਹੀਂ ਪੈਂਦਾ। ਸੋ ਆਪਾਂ ਲੋਕਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੇ ਉੱਤੇ ਕਿ ਸਾਡੇ ਕਿੰਨੇ ਬਜ਼ੁਰਗ ਬੈਠੇ ਨੇ ਉਸ ਮੋਰਚੇ ਦੇ ਉੱਤੇ, ਕਿੰਨੇ ਸਾਡੇ ਭਰਾਵਾਂ ਦੇ ਉੱਤੇ ਪਰਚੇ ਹੋ ਗਏ ਨੇ, ਕਿੰਨਾ ਆਪਾਂ ਇਸ ਚੀਜ਼ ਨੂੰ ਸਟਰਗਲ ਕਰ ਰਹੇ ਹਾਂ ਹਜੇ ਤੱਕ। ਜੇ ਹਜੇ ਵੀ ਆਪਾਂ ਨੂੰ ਸਾਡੇ ਵਿੱਚ ਗੈਰਤ ਨਹੀਂ ਨਾ ਹੈਗੀ ਤੇ ਫਿਰ ਕਦੀ ਹੋ ਹੀ ਨਹੀਂ ਸਕਦੀ। ਇਸ ਟਾਈਮ ਦੇ ਉੱਤੇ ਵੀ ਆਪਾਂ ਨੂੰ ਮੇਰੇ ਭਰਾਵਾਂ ਦੇ ਅੱਗੇ ਮੇਰੀ ਬੇਨਤੀ ਹੈ ਵੀ ਜਿਹੜੇ ਸਰੋਪੇ ਪਵਾ ਰਹੇ ਨੇ ਦੂਜੀਆਂ ਪਾਰਟੀਆਂ ਤੋਂ ਇਸ ਟਾਈਮ ਦੇ ਉੱਤੇ, ਸਰੋਪੇ ਪਵਾਉਣ ਦਾ ਟਾਈਮ ਨਹੀਂ ਹੈਗਾ। ਇਹ ਟਾਈਮ ਆ ਮੋਰਚੇ ਦੇ ਵਿੱਚ ਮਜ਼ਬੂਤੀ ਲੈ ਕੇ ਜਾਣ ਦਾ ਟਾਈਮ ਹੈ, ਨਾ ਕਿ ਦੂਜੀਆਂ ਪਾਰਟੀਆਂ ਤੋਂ ਸਰੋਪੇ ਪਾ ਕੇ ਪ੍ਰਧਾਨੀਆਂ ਕਾਹਦੀਆਂ ਪ੍ਰਧਾਨੀਆਂ ਲੈ ਲੋਗੇ ਤੁਸੀਂ। ਆਪਣੇ ਜ਼ਮੀਰ ਨਹੀਂ, ਆਪਣੇ ਇਨਸਾਨ ਦੇ ਅੰਦਰੋਂ ਜ਼ਮੀਰ ਨਹੀਂ ਮਰਨੇ ਚਾਹੀਦੇ। ਜ਼ਮੀਰ ਆਪਣਾ ਜ਼ਿੰਦਾ ਰੱਖਣਾ ਚਾਹੀਦਾ ਹੈ। ਐਂਡ ਆਫ ਦਾ ਡੇ ਤੁਸੀਂ ਆਪਣੇ ਕਰਮ ਨਾਲ ਲੈ ਕੇ ਜਾਣੇ ਆ, ਨਾ ਕਿ ਪ੍ਰਧਾਨਗੀਆਂ ਨਾਲ ਲੈ ਕੇ ਜਾਣੀਆਂ। ਕਿਸ ਕੰਮ ਦੀਆਂ ਪ੍ਰਧਾਨਗੀਆਂ? ਕਿਸੇ ਦਾ SSP ਤੋਂ ਕੰਮ ਕਰਾਤਾ, ਜਾਂ ਕਿਸੇ ਦੇ ਹਥਿਆਰ ਦਾ ਲਾਇਸੈਂਸ ਲੈ ਲਿਆ, ਜਾਂ ਫਿਰ ਕਿਸੇ ਦੇ ਕੋਈ ਹੋਰ ਪ੍ਰੋਪਰਟੀ ਰਿਲੇਟਡ ਕੰਮ ਕਰਵਾਤੇ। ਇਹਨਾਂ ਸਾਰੀਆਂ ਚੀਜ਼ਾਂ ਤੋਂ, ਇਹਨਾਂ ਸਾਰੀਆਂ ਕਹਿੰਦੇ ਆ ਫੇਕ ਗੱਲਾਂ ਤੋਂ ਬਾਹਰ ਨਿਕਲੋ
ਇਹਨਾਂ ਸਾਰੀਆਂ ਫੇਕ ਗੱਲਾਂ ਤੋਂ ਅੱਗੇ ਸਾਡਾ ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਆ ਇਹ ਸਾਰੀਆਂ ਗੱਲਾਂ ਪਿੱਛੇ। ਸੋ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਖਾਸ ਕਰਕੇ ਇਸ ਟਾਈਮ ਦੇ ਉੱਤੇ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਜੇ ਤੁਸੀਂ ਕੁਝ ਕਰ ਸਕਦੇ ਹੋ ਨਾ, ਜੇ ਪੰਜਾਬ ਦਾ ਯੂਥ ਕੁਝ ਕਰ ਸਕਦਾ ਹੈ ਤੇ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਲਾਬੰਦ ਕਰੋ ਤੇ ਉੱਥੇ ਮੋਰਚੇ ਦੇ ਵੱਲ ਲੈ ਕੇ ਚੱਲੋ। ਨਾ ਕਿ ਤੁਸੀਂ ਇਹ ਜੀਆਂ ਪ੍ਰਧਾਨਗੀਆਂ ਕਿਸੇ ਕੰਮ ਨਹੀਂ ਹੈਗੀਆਂ, ਕਿਸੇ ਵੀ ਮੰਤਰੀ ਜਾਂ ਕਿਸੇ ਪਦ ਦੇ ਬੰਦੇ ਦੀਆਂ ਚਮਚਾਗਿਰੀਆਂ ਕਿਸੇ ਕੰਮ ਨਹੀਂ ਆਉਣੀਆਂ। ਤਾਂ ਆਪਾਂ ਨੂੰ ਆਪਣੇ ਜ਼ਮੀਰ ਨੂੰ ਉਠਾਉਣਾ ਪੈਣਾ ਆ। ਸਾਡੇ ਲੋਕਾਂ ਕਰਕੇ ਅੱਜ ਆਪਾਂ ਸੜਕਾਂ ਦੇ ਉੱਤੇ ਬੈਠੇ ਆ। ਜੇ ਅੱਜ ਇਹੋ ਹੀ ਲੋਕਾਂ ਦੀ ਚਮਚਾਗਿਰੀਆਂ ਕਰਾਂਗੇ ਤੇ ਫਿਰ ਕਦੀ ਜ਼ਿੰਦਗੀ ਦੇ ਵਿੱਚ ਆਪਾਂ ਫਤਿਹ ਨਹੀਂ ਕਰ ਸਕਦੇ। ਮੈਂ ਕੱਲੀ ਕੋਸ਼ਿਸ਼ ਕਰਨ ਨੂੰ ਕਰ ਨਹੀਂ ਸਕਦੀ, ਮੇਰੇ ਜੋ ਵਿਚਾਰਧਾਰਾ ਆ ਮੈਂ ਬੋਲ ਸਕਦੀ ਆ ਹਨਾ। ਆਪਾਂ ਸਾਰਿਆਂ ਨੂੰ ਇਹ ਮਿਲ ਜੁਲ ਕੇ ਸਾਰਿਆਂ ਨੂੰ ਇਹੋ ਜਿਹੀ ਵਿਚਾਰਧਾਰਾ ਆਪਣੇ ਸੋਸ਼ਲ ਮੀਡੀਆ ਤੇ ਸੋਸ਼ਲ ਪਲੇਟਫਾਰਮ ਤੇ ਆਪਣੇ ਪਿੰਡਾਂ ਤੇ ਰੱਖਣੀ ਚਾਹੀਦੀ ਆ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਬਚਾ ਸਕੀਏ ਇਹ ਸਾਰੇ ਲੋਕਾਂ ਤੋਂ, ਕਰਪਟ ਲੋਕਾਂ ਤੋਂ, ਠੀਕ ਆ। ਔਰ ਇੱਕ ਚੰਗੇ ਲੋਕੀ ਲੈ ਕੇ ਆਈਏ ਤਾਂ ਕਿ ਜਿਹੜੇ ਸਾਡੇ ਇਸ ਕਿਸਾਨਾਂ ਬਾਰੇ ਵੀ ਸੋਚ ਸਕਣ। ਤੁਸੀਂ ਸੋਚੋ ਇਹ ਸਾਰੇ ਤੁਹਾਡੇ ਪੋਲੀਟੀਸ਼ੀਅਨਸ ਜਿੰਨੇ ਵੀ ਆ ਇਹ ਤੁਹਾਨੂੰ ਲੁੱਟ ਕੇ ਖਾ ਗਏ ਹੁਣ ਤੱਕ। ਮੈਂ ਬਹੁਤ ਸਿੱਧੀਆਂ ਤੇ ਮੂੰਹ ਦੇ ਉੱਤੇ ਗੱਲਾਂ ਕਹਿਨੀ ਆ, ਸਬਸਿਡੀਆਂ ਤੱਕ ਖਾ ਗਏ ਪੈਟਰੋਲ ਡੀਜ਼ਲ ਦੀਆਂ, ਜਿਹੜੀਆਂ ਕਿ ਕਿਸਾਨਾਂ ਵਾਸਤੇ ਇੱਕ ਡੀਜ਼ਲ ਸਸਤਾ ਮਿਲਦਾ ਸੀਗਾ ਸਾਰੇ ਇਸਤੇਮਾਲ ਕਰ ਰਹੇ ਆ ਇਸ ਟਾਈਮ ਦੇ ਉੱਤੇ। ਤੁਹਾਡੀਆਂ ਖਾਦਾਂ ਦੀ ਸਬਸਿਡੀ ਐਰਕੀ ਇਹਨਾਂ ਨੇ ਰੀਨਿਊ ਨਹੀਂ ਕੀਤਾ ਸੀਗਾ ਕੰਟਰੈਕਟ, ਤੁਹਾਨੂੰ ਫਿਰ ਤੋਂ ਸੜਕਾਂ ਦੇ ਉੱਤੇ ਬਹਿਣਾ ਪਿਆ ਕਿਸਾਨਾਂ ਨੂੰ। ਫਿਰ ਜਾ ਕੇ ਇਹਨਾਂ ਨੇ ਤੁਹਾਡਾ ਰੇਟ ਘੱਟ ਕੀਤਾ ਆ, ਫਿਰ ਜਾ ਕੇ ਇਹਨਾਂ ਨੂੰ ਮਜਬੂਰੀ ਦੇ ਵਿੱਚ ਕੰਟਰੈਕਟ ਕਰਨਾ ਪਿਆ ਕਿਉਂਕਿ ਮੋਰਚਾ ਚੱਲ ਰਿਹਾ ਸੀਗਾ ਦਿੱਲੀ। ਨਹੀਂ ਤੇ ਕਿੱਥੋਂ ਤੁਹਾਡੀਆਂ ਖਾਦਾਂ ਸਸਤੀਆਂ ਕਰ ਦਿੰਦੇ। ਇਹਨਾਂ ਲੋਕਾਂ ਨੇ ਤੁਹਾਨੂੰ ਫॉर ਗ੍ਰਾਂਟਡ ਲਿਆ ਹੋਇਆ ਆ, ਸਰਕਾਰਾਂ ਨੇ ਕਿਸਾਨੀ ਖੇਤਰ ਨੂੰ। ਇਹਨਾਂ ਨੂੰ ਕੋਈ ਲੇਖਾ ਦੇਖਾ ਨਹੀਂ ਹੈਗਾ। ਇਹਨਾਂ ਨੂੰ ਸਿਰਫ ਸਬਸਿਡੀਆਂ ਖਾ ਕੇ ਆਪਣੇ ਘਰ ਭਰਨ ਦੀ ਆਪਣੇ ਘਰ ਭਰਦੇ ਨੇ, ਆਪਣੀਆਂ ਗੱਲਾਂ ਕਰਦੇ। ਮੇਰੇ ਵਰਗੇ ਜੇ ਗੱਲਾਂ ਕਰਦੇ ਨੇ ਮੈਨੂੰ ਬਦਨਾਮ ਕਰਨ ਵਾਸਤੇ, ਕਦੀ ਮੇਰੇ ਫਾਦਰ ਸਾਹਿਬ ਨੂੰ ਲੈ ਕੇ ਗੱਲਾਂ ਚੁੱਕ ਲੈਂਦੇ ਨੇ, ਕਦੀ ਸੋਨੀਆ ਮਾਨ ਦੇ ਫੇਕ ਆਈਡੀਜ਼ ਬਣਾ ਕੇ ਲੋਕਾਂ ਤੋਂ ਪੈਸੇ ਮੰਗ ਕੇ ਕਰ ਲੈਂਦੇ। ਇਹਦੇ ਨਾਲ ਮੇਰਾ ਤੁਸੀਂ ਮੋਰਲ ਡਾਊਨ ਕਰਨ ਵਾਲੇ ਨਹੀਂ ਕਰ ਸਕਦੇ। ਜੋ ਸੱਚ ਹੈ ਉਹ ਸੱਚ ਹੀ ਰਹੂਗਾ। ਔਰ ਸਭ ਤੋਂ ਜ਼ਿਆਦਾ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਵੀ ਜਿਹੜਾ ਵੀ ਇੱਥੇ ਸੋਸ਼ਲ ਮੀਡੀਆ ਤੇ ਸੋਸ਼ਲ ਪਲੇਟਫਾਰਮ ਦੇ ਉੱਤੇ ਮੇਰਾ ਨਾਮ ਇਸਤੇਮਾਲ ਕਰਕੇ ਕਦੀ ਕਿਸੇ ਤੋਂ ਕੋਈ ਵੀ ਕਿਸੇ ਤਰੀਕੇ ਦੀ ਡੋਨੇਸ਼ਨ ਮੰਗੇ ਜਾਂ ਪੈਸਾ ਮੰਗੇ, ਉਹਨੂੰ ਸਾਈਬਰ ਕ੍ਰਾਈਮ ਤੇ ਉਸੇ ਟਾਈਮ ਰਿਪੋਰਟ ਕਰੋ, ਪੁਲਿਸ ਰਿਪੋਰਟ ਕਰੋ ਤਾਂ ਕਿ ਉਸ ਬੰਦਿਆਂ ਦਾ ਸਾਹਮਣੇ ਆ ਸਕਣ, ਉਹਨਾਂ ਦੇ ਨੰਬਰ ਸਾਹਮਣੇ ਆ ਸਕਣ, ਉਹ ਲੋਕੀ ਸਾਹਮਣੇ ਆ ਸਕਣ। ਇਹ ਇੰਨੇ ਕੁ ਜ਼ਿਆਦਾ ਘਟੀਆ ਲੋਕ ਆ ਆਪਣੇ ਉੱਲੂ ਸਿੱਧਾ ਕਰਨ ਵਾਸਤੇ, ਆਪਣਾ ਕਾਰੋਬਾਰ ਸਿੱਧਾ ਕਰਨ ਵਾਸਤੇ। ਦੇ ਜਸਟ ਵਾਂਟ ਕਿ ਦੂਜੇ ਬੰਦੇ ਨੂੰ ਇਹ ਬਦਨਾਮ ਕਿਸ ਤਰੀਕੇ ਨਾਲ ਕੀਤਾ ਜਾਵੇ। ਔਰ ਮੈਨੂੰ ਇਸ ਗੱਲਾਂ ਦਾ ਵੀ ਕੋਈ ਫਰਕ ਨਹੀਂ ਪੈਂਦਾ ਵੀ ਕਿਸੇ ਚੀਪ ਗੱਲਾਂ, ਆਈ ਡੋਂਟ ਕੇਅਰ ਐਕਚੁਅਲੀ। ਬਟ ਮੈਂ ਫਿਰ ਵੀ ਸੱਚ ਬੋਲੂੰਗੀ ਸਾਰਿਆਂ ਵਾਸਤੇ ਔਰ ਸੱਚ ਬੋਲੂੰਗੀ। ਇਸ ਕਰਕੇ ਮੈਂ ਚਾਹੁੰਦੀ ਆ ਕਿ ਪੰਜਾਬ ਦੇ ਵਿੱਚ ਭਗਤ ਸਿੰਘ ਵਰਗੇ ਮੁੰਡੇ ਸਾਹਮਣੇ ਆਉਣੇ ਚਾਹੀਦੇ ਆ। ਐਟਲੀਸਟ ਤੁਸੀਂ ਆਪਣੇ ਜ਼ਮੀਰ ਨਾ ਮਾਰੋ, ਆਪਣੇ ਜ਼ਮੀਰ ਜ਼ਿੰਦਾ ਰੱਖੋ। ਜੇ ਤੁਸੀਂ ਗੱਲ ਕਰਦੇ ਹੋ, ਜ਼ਮੀਰ ਨੂੰ ਜ਼ਿੰਦਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਆ। ਇਨਸਾਨ ਜਿੰਦਾ ਨਹੀਂ ਮਰਨਾ ਚਾਹੀਦਾ। ਚਿੱਟੇ ਕੁੜਤੇ ਪਜਾਮੇ ਪਾ ਕੇ ਚਿੱਟੇ ਖੂਨ ਨਾ ਰੱਖੋ ਆਪਣੇ, ਤਾਂ ਕਿ ਤੁਸੀਂ ਲੋਕਾਂ ਵਾਸਤੇ ਨਾ ਸੋਚ ਸਕੋ। ਇੰਨੇ ਸਵਾਰਥੀ, ਇੰਨੇ ਮਤਲਬੀ ਨਹੀਂ ਤੁਹਾਨੂੰ ਬਣਨਾ ਚਾਹੀਦਾ। ਇਸ ਟਾਈਮ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰੋ, ਲੋਕਾਂ ਨੂੰ ਸੱਚਾਈ ਦੱਸੋ ਵੀ ਸਬਸਿਡੀਆਂ ਕਿੱਥੋਂ ਮਿਲਦੀਆਂ ਨੇ, ਕਿੱਥੋਂ ਸਰਕਾਰਾਂ ਖਾ ਜਾਂਦੀਆਂ ਨੇ ਸਭ ਕੁਝ। ਮੇਰੇ ਅਕਾਊਂਟ ਦਾ ਮੈਨੂੰ ਕੋਈ ਲੇਖਾ ਦੇਖਾ ਨਹੀਂ ਹੈਗਾ। ਮੈਨੂੰ ਭਾਵੇਂ ਜੋ ਮਰਜ਼ੀ ਕਹਿਣ ਬੰਦ ਕਰ ਦਾਂਗੇ, ਉਹ ਕਰ ਦਾਂਗੇ, ਬਟ ਮੈਂ ਸੱਚ ਬੋਲੂੰਗੀ ਹਮੇਸ਼ਾ। ਇਹੋ ਜਿਹੀਆਂ ਸੱਚੀਆਂ ਗੱਲਾਂ ਤੁਹਾਨੂੰ ਬੋਲਣੀਆਂ ਚਾਹੀਦੀਆਂ, ਸਾਹਮਣੇ ਆਉਣਾ ਚਾਹੀਦਾ। ਐਵੇਂ ਫਾਲਤੂ ਦੇ ਵਿੱਚ ਕਦੀ ਕਿਸੇ ਤੋਂ ਪ੍ਰਧਾਨੀਆਂ, ਉਹ ਪ੍ਰਧਾਨੀਆਂ, ਹਰ ਇੱਕ ਵੀਰ ਨੂੰ ਪੰਜਾਬ ਦੇ ਨੂੰ ਮੇਰੀ ਰਿਕੁਐਸਟ ਆ, ਇਹ ਪ੍ਰਧਾਨਗੀਆਂ ਕੋਈ ਮੈਟਰ ਨਹੀਂ ਕਰਦੀਆਂ। ਤੁਹਾਡਾ ਆਪਣੇ ਖੁਦ ਨੂੰ ਆਪਣੇ ਸ਼ੀਸ਼ੇ 'ਚ ਵੇਖ ਕੇ ਆਪਣੇ ਜ਼ਮੀਰ ਨੂੰ ਪੁੱਛੋ ਵੀ ਇਹ ਪ੍ਰਧਾਨਗੀ ਤੁਹਾਡੇ ਆਪਣੇ ਸਵਾਰਥ ਵਾਸਤੇ ਹੈ ਜਾਂ ਆਪਣੇ ਸਵਾਰਥ ਵਾਸਤੇ ਇਹ ਸਰੋਪਾ ਤੁਸੀਂ ਪਵਾਇਆ ਆ। ਕੀ ਤੁਸੀਂ ਆਪਣੇ ਜ਼ਮੀਰ ਨੂੰ ਜਵਾਬ ਦਿਓਗੇ ਜਾਂ ਕੀ ਤੁਸੀਂ ਉਹ ਪਰਮਾਤਮਾ ਨੂੰ ਜਵਾਬ ਦਿਓਗੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸਿਰ ਝੁਕਾਉਂਦੇ ਹੋ ਕਿ ਤੁਸੀਂ ਲੋਕਾਂ ਦੇ ਨਾਲ ਕਿੰਨਾ ਕੀ ਫਾਇਦਾ ਇਹ ਜਿਹਾ ਫੇਕ ਗੱਲਾਂ ਦਾ। ਇਟਸ ਬੈਟਰ ਡੂ ਸਮਥਿੰਗ। ਪਿੰਡਾਂ 'ਚ ਜਾਓ, ਮੋਰਚਾ ਮਜ਼ਬੂਤ ਕਰਨ ਵਾਸਤੇ ਲੋਕਾਂ ਨੂੰ ਲਾਬੰਦ ਕਰੋ, ਦਿੱਲੀ ਭੇਜੋ ਤਾਂ ਕਿ ਅਸੀਂ ਮੋਰਚਾ ਫਤਿਹ ਕਰ ਸਕੀਏ। ਇਹ ਸਭ ਤੋਂ ਵੱਡੀ, ਇਸ ਤੋਂ ਵੱਡੀ ਅਣਖ ਦੀ ਗੱਲ ਨਹੀਂ ਹੈਗੀ ਸਾਡੇ ਵਾਸਤੇ ਇਸ ਟਾਈਮ ਤੇ ਪੰਜਾਬ ਤੇ ਮੋਰਚਾ ਫਤਿਹ ਕਰਨਾ। ਉਸ ਤੋਂ ਉੱਤੇ ਕੋਈ ਗੱਲ ਨਹੀਂ ਹੈਗੀ ਕਿਉਂਕਿ ਸਾਡੇ ਪੰਜਾਬੀਆਂ ਦੀ ਵਿਰਾਸਤ ਆ, ਸਾਡੀ ਸਿੱਖੀ ਦੀ ਵੀ ਵਿਰਾਸਤ ਆ ਕਿ ਅਸੀਂ ਕਦੀ ਵੀ ਕਿਸੇ ਵੀ ਚੀਜ਼ ਦੇ ਵਿੱਚ ਅੱਗੇ ਵਧੇ ਆ, ਉਹ ਵਾਪਸ ਨਹੀਂ ਆਏ। ਔਰ ਜੇ ਆਪਾਂ 3 ਕਾਨੂੰਨਾਂ ਦੀ ਲੜਾਈ ਕਰਨ ਵਾਸਤੇ ਅੱਗੋਂ ਨਿਕਲੇ ਆ ਤੇ ਆਪਾਂ ਨੂੰ ਉਹ ਜਿੱਤ ਕੇ ਹੀ ਵਾਪਸ ਆਉਣਾ ਆ। ਉਹਦੇ ਵਾਸਤੇ ਭਾਵੇਂ ਆਪਾਂ ਨੂੰ ਕੁਝ ਵੀ ਕਰਨਾ ਪਵੇ। ਇਸ ਕਰਕੇ ਆਪਾਂ ਨੂੰ ਮੋਰਚਾ ਫਤਿਹ ਕਰਨ ਵਾਸਤੇ ਲਾਬੰਦ ਕਰਨਾ ਚਾਹੀਦਾ ਆ। ਇਹ ਸਾਡੀ ਅਣਖ ਦਾ ਸਵਾਲ ਹੈ। ਸਾਡੇ ਗੁਰੂ ਤੱਤੀਆਂ ਤਵੀਆਂ ਤੇ ਬਹਿ ਗਏ
ਚਲੇ ਗਏ ਆਪਣੇ, ਸਾਰਾ ਉਹਨਾਂ ਨੇ ਫੈਮਿਲੀ ਵਾਰ ਦਿੱਤੀ ਤੁਹਾਨੂੰ ਲੋਕਾਂ ਨੂੰ ਸਮਝਾਉਂਦੇ ਔਰ ਤੁਹਾਡੇ ਲੋਕਾਂ ਦੇ ਵਿੱਚ ਹਜੇ ਵੀ ਗੈਰਤ ਨਹੀਂ ਹੈਗੀ, ਹਜੇ ਵੀ ਸ਼ਰਮ ਨਹੀਂ ਹੈਗੀ। ਹੁਣ ਕਮ ਸੇ ਕਮ ਗੈਰਤ ਤੇ ਸ਼ਰਮ ਨੂੰ ਕੱਢੋ ਬਾਹਰ ਔਰ ਜਾਓ, ਮੋਰਚੇ ਵੱਲ ਜਾਣਾ ਚਾਹੀਦਾ ਆ। ਇਸ ਤੋਂ ਜ਼ਿਆਦਾ ਮੈਂ ਹੋਰ ਬੋਲ ਕੇ ਲੋਕਾਂ ਨੂੰ ਇਨਕਰੇਜ ਕਰ ਸਕਦੀ ਹਾਂ। ਮੈਨੂੰ ਵੀ ਲੋਕੀ ਕਹਿੰਦੇ ਇੱਥੇ ਸਿਸਟਮ ਚੇਂਜ ਹੋਣ ਵਾਲਾ ਨਹੀਂ ਹੈ, ਤੂੰ ਆਪਣਾ ਦਿਮਾਗ ਨਾ ਖਰਾਬ ਕਰ, ਇਹ ਲੋਕੀ ਐਵੇਂ ਹੀ ਰਹਿਣਗੇ। ਇਹ ਲੋਕੀ ਫੇਰ ਜਾ ਕੇ ਵੇਖ ਲਓ, ਤੁਸੀਂ ਇੱਥੇ ਕਿਸੇ ਵੀ ਪਾਰਟੀ ਦੀ ਰੈਲੀ ਹੋਊਗੀ ਉੱਥੇ ਜਾਣਗੇ, ਤੁਹਾਡਾ ਇੱਥੇ ਆ ਟਾਈਮ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ। ਲੋਕਾਂ ਦੇ ਮੈਨੂੰ ਇਹੋ ਜਿਹੇ ਕੁਐਸਚਨ ਆਉਂਦੇ ਔਰ ਮੈਨੂੰ ਸ਼ਰਮ ਆਉਂਦੀ ਹੈ ਇਹ ਗੱਲ ਸੋਚਣ ਲੱਗਿਆ, ਔਰ ਮੇਰਾ ਜਵਾਬ ਅਗਵਾ ਹੁੰਦਾ ਵੀ ਜੇ ਭਗਤ ਸਿੰਘ ਵੀ ਇਹੀ ਗੱਲ ਸੋਚਦਾ ਤੇ ਅੱਜ ਭਗਤ ਸਿੰਘ ਨਾ ਹੁੰਦਾ। ਸੋ ਆਪਾਂ ਜੇ ਸੱਚਾਈ ਦੀ ਲੜਾਈ ਤੇ ਤੁਰੇ ਆ ਤੇ ਆਪਾਂ ਸਾਰਿਆਂ ਨੂੰ ਸੱਚਾਈ ਦੀ ਲੜਾਈ ਹੀ ਲੜਨੀ ਚਾਹੀਦੀ ਆ, ਓਨੈਸਟੀ ਦੇ ਨਾਲ ਰਹਿਣਾ ਚਾਹੀਦਾ ਆ। ਇਸ ਕਰਕੇ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਜੋ ਸਭ ਕੁਝ ਇਲੈਕਸ਼ਨਸ ਵਾਸਤੇ ਕਰ ਰਹੇ ਆ ਨਾ, ਉਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਭਜਾਓ ਤਾਂ ਕਿ ਲੋਕਾਂ ਉਹਨਾਂ ਦੇ ਵਿੱਚ ਆ ਗਲਤ ਫਹਿਮੀਆਂ ਨਿਕਲਣ ਵੀ ਇਸ ਟਾਈਮ ਦੇ ਉੱਤੇ ਵੀ ਆਪਾਂ ਦੇ ਇਲੈਕਸ਼ਨ ਜਿੱਤੀ ਜਾਵਾਂਗੇ, ਇਹਨਾਂ ਦਾ ਮੋਰਚਾ ਫਤਿਹ ਹੋਏ ਨਾ ਹੋਵੇ। ਕਮ ਸੇ ਕਮ ਤੁਹਾਡੇ ਪੰਜਾਬ ਵਾਲਿਓ, ਤੁਹਾਡੀ ਇੱਜ਼ਤ ਦਾ ਸਵਾਲ ਆ, ਤੁਹਾਡੀ ਅਣਖ ਦਾ ਸਵਾਲ ਆ। ਤੁਸੀਂ ਸਾਰੇ ਜਾਣੇ ਇੱਕ ਗੱਲ ਆਪਣੇ ਦਿਮਾਗ ਦੇ ਵਿੱਚ ਲੈ ਕੇ ਚੱਲੋ ਵੀ ਜਦੋਂ ਤੱਕ ਅਸੀਂ ਮੋਰਚਾ ਨਹੀਂ ਜਿੱਤਦੇ ਉਦੋਂ ਤੱਕ ਸਾਨੂੰ ਇਲੈਕਸ਼ਨਸ ਦੀ ਨਹੀਂ ਪਰਵਾਹ ਕਰਨੀ ਚਾਹੀਦੀ, ਨਾ ਇਲੈਕਸ਼ਨ ਲੜਨ ਵਾਲਿਆਂ ਦੀ ਪਰਵਾਹ ਕਰਨੀ ਚਾਹੀਦੀ ਆ। ਇਸ ਟਾਈਮ ਤੇ ਸਿਰਫ ਆਪਾਂ ਨੂੰ ਦਿੱਲੀ ਬਾਰੇ ਸੋਚਣਾ ਚਾਹੀਦਾ ਆ। ਉਹ ਆ ਇਲੈਕਸ਼ਨ, ਮੇਨ ਇਲੈਕਸ਼ਨ ਸਾਡੀ ਦਿੱਲੀ ਦੀ ਇਲੈਕਸ਼ਨ ਆ, ਉਹਦੇ ਬਾਰੇ ਸੋਚਣਾ ਚਾਹੀਦਾ ਆ। ਸੋ ਆ ਜਿੰਨੇ ਵੀ ਆਉਂਦੇ ਆ ਤੁਹਾਡੇ ਘਰਾਂ ਦੇ ਵਿੱਚ, ਜਿੰਨੇ ਪਿੰਡਾਂ ਦੇ ਵਿੱਚ ਜਿਹੜੇ ਆ ਆਪਣੀਆਂ ਇਲੈਕਸ਼ਨਸ ਪ੍ਰਮੋਟ ਕਰਨ ਵਾਸਤੇ ਆਉਂਦੇ, ਇਹਨਾਂ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਭਜਾਓ ਔਰ ਇਹਨਾਂ ਨੂੰ ਕਹੋ ਸ਼ਰਮ ਕਰੋ ਥੋੜੀ ਜੀ। ਕਮ ਸੇ ਕਮ ਸਾਨੂੰ ਦਿੱਲੀ ਵਾਸਤੇ ਜਾਣ ਵਾਸਤੇ ਲਾਹਬੰਦ ਕਰਨ ਵਾਸਤੇ ਆਓ, ਸਾਡੇ ਟਰੈਕਟਰਾਂ ਦੇ ਵਿੱਚ ਡੀਜ਼ਲ ਪਵਾਓ ਤਾਂ ਕਿ ਆਪਾਂ ਦਿੱਲੀ ਜਾ ਸਕੀਏ। ਸਾਡੇ ਉੱਤੇ ਦਿੱਲੀ ਜਿੰਨੇ ਵਿਚਾਰੇ ਕਿਸਾਨ ਬੈਠੇ ਆ ਜਿਨ੍ਹਾਂ ਦੇ ਟੈਂਟ ਟੁੱਟ ਜਾਂਦੇ, ਉਹਨਾਂ ਦੇ ਬਣਵਾਓ ਜਾ ਕੇ। ਇਹਨਾਂ ਨੇ 1 ਰੁਪਿਆ ਵੀ ਉੱਥੇ ਖਰਚਿਆ ਮੋਰਚੇ ਦੇ ਵਿੱਚ ਜਾ ਕੇ, ਜਾਂ ਇਹਨਾਂ ਨੂੰ ਕੋਈ ਟੈਂਟ ਬਣਾਓ, ਜਾਂ ਜਾ ਕੇ ਵਾਟਰ ਕੂਲਰ, 2 ਗਰਮੀਆਂ ਆ ਗਈਆਂ, ਇੰਨੀਆਂ ਮੱਛਰ ਆ ਉੱਥੇ ਜਾ ਕੇ ਕਿ ਇੱਥੇ ਵੋਟਾਂ ਮੰਗਣ ਵਾਸਤੇ ਸਿਰਫ ਆ ਜਾਂਦੇ ਜੋ, ਜਾਂ ਫਿਰ ਆਪਣੇ ਏਸੀਆਂ ਦੇ ਕਮਰਿਆਂ ਦੇ ਵਿੱਚ ਬਹਿ ਗਏ, ਜਾਂ ਵੋਟਾਂ ਜਾਂ ਆਪਣੇ ਫਾਰਮ ਹਾਊਸ ਤੇ ਕਦੀ ਮਨਾਲੀ ਚਲੇ, ਕਦੀ ਕਿਤੇ ਚਲੇ ਗਏ। ਇਹ ਚੀਜ਼ਾਂ ਕੰਮ ਨਹੀਂ ਆਉਣੀਆਂ। ਇਹ ਜੇ ਤੁਸੀਂ ਕਿਸੇ ਦੀ ਰਿਸਪੌਂਸਿਬਿਲਿਟੀ ਚੁੱਕਦੇ ਹੋ ਐਜ਼ ਅ ਲੀਡਰ ਤੇ ਤੁਹਾਨੂੰ ਉਹ ਨਿਭਾਉਣੀ ਵੀ ਚਾਹੀਦੀ ਹੈ। ਤੁਸੀਂ ਕਦੀ ਮੋਰਚੇ ਤੇ, ਠੀਕ ਹੈ ਪੋਲੀਟੀਸ਼ੀਅਨਸ ਅਲਾਉਡ ਨਹੀਂ ਹੈਗੇ, ਤੁਸੀਂ ਜਾ ਕੇ ਪੰਡਾਲ 'ਚ ਵੀ ਬਹਿ ਸਕਦੇ ਹੋ, ਪੰਡਾਲ 'ਚ ਬਹੁਤ ਤੁਸੀਂ ਲੋਕਾਂ ਵਾਸਤੇ ਕੰਮ ਕਰੋ ਗਰਾਊਂਡ ਲੈਵਲ ਦੇ ਉੱਤੇ, ਉੱਥੇ ਵੀ ਤੇ ਬਜ਼ੁਰਗ ਬੈਠੇ ਆ ਮੋਰਚੇ ਦੇ ਉੱਤੇ। ਕਦੀ ਪੁੱਛਿਆ ਕਿਸੇ ਦੇ ਘਰ ਟੁੱਟ ਗਿਆ, ਘਰ ਬਣਾ ਕੇ ਦਿੱਤੇ ਹੋਣ ਕਿਸੇ ਨੇ। ਸੋ ਇਹ ਸਾਰੀਆਂ ਗੱਲਾਂ ਬਹੁਤ ਮੈਟਰ ਕਰਦੀਆਂ। ਜਿਹੜੇ ਵੀ ਤੁਹਾਡੇ ਕੋਲ ਪੋਲੀਟੀਸ਼ੀਅਨਸ ਆਉਂਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਕਹੋ ਸਾਡੇ ਪਿੰਡ ਦੇ ਵਿੱਚ ਜਿਹੜੇ ਮਤੇ ਪਾਸ ਹੁੰਦੇ ਆ, ਪੈਸੇ ਇਕੱਠੇ ਹੁੰਦੇ, ਉਹਦੇ ਵਿੱਚ ਡੀਜ਼ਲ ਸਾਡੇ ਟਰੈਕਟਰਾਂ 'ਚ ਪਵਾ ਕੇ ਦਿਓ। ਅਸੀਂ ਕਮ ਸੇ ਕਮ ਪਹਿਲਾਂ ਉਹ ਮੋਰਚਾ ਜਿੱਤੀਏ, ਫਿਰ ਆ ਇਲੈਕਸ਼ਨ ਸਭ ਬਾਅਦ 'ਚ ਵੇਖਾਂਗੇ। ਸੋ ਮੇਰੀ ਇਹੀ ਰਿਕੁਐਸਟ ਹੈ ਸਾਰਿਆਂ ਨੂੰ, ਜਿੰਨਾ ਵੀ ਹੋ ਸਕਦਾ ਆ ਇਹਨੂੰ ਸਪੋਰਟ ਕਰੋ। ਇਹੀ ਟਾਈਮ ਆ। ਜੇ ਗੁਰੂ ਸਾਹਿਬ ਦੇ ਤੁਸੀਂ ਅਸਲ 'ਚ ਗੁਰੂ ਸਾਹਿਬ ਨੂੰ ਮੰਨਦੇ ਹੋ, ਜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ, ਜੇ ਗੁਰੂ ਸਾਹਿਬ ਦੇ ਸਿੱਖ ਹੋ, ਜੋ ਵੀ ਤੁਸੀਂ ਮੰਨ ਲਓ, ਜੇ ਤੁਹਾਡੇ ਦਿਲ ਦੇ ਵਿੱਚ ਰਿਸਪੈਕਟ, ਗੈਰਤ, ਓਨੈਸਟੀ ਹੈਗੀ ਆ ਨਾ, ਕਿਸੇ ਕਿਤੇ ਵੀ ਤੁਹਾਡਾ ਜ਼ਮੀਰ ਜਾਗਦਾ ਆ ਤੇ ਆਪਣੇ ਜ਼ਮੀਰ ਨੂੰ ਮਰਨ ਨਾ ਦਿਓ, ਜਿਉਂਦਿਆਂ ਜੂ ਨਾ ਮਰੋ। ਬਸ ਇਹੀ ਕਹਿਣਾ ਚਾਹੁੰਦੀ ਆ ਮੈਂ। ਸੱਚ ਬੋਲੂੰਗੀ ਭਾਵੇਂ ਉਹ ਚੁਭਵਾ ਹੋਵੇ, ਬਟ ਇਹੋ ਕਹੂੰਗੀ ਅੱਜ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ ਕਾਨਫਰੰਸ ਆ, ਜਿਹੜੇ ਲਾਗੇ ਚਾਗੇ ਦੇ ਪਿੰਡ ਆ ਜਲਾਲਾਬਾਦ ਦੇ, ਇੱਥੇ ਜ਼ਰੂਰ ਪਹੁੰਚਣ। ਕੀ ਪਿੰਡ ਚੱਕ ਸੇਦੂ ਪਿੰਡ ਦੇ ਵਿੱਚ, ਤਾਂ ਕਿ ਆਪਾਂ ਮੋਰਚੇ ਨੂੰ ਮਜ਼ਬੂਤ ਕਰੀਏ। ਧੰਨਵਾਦ।